ਕਿਰਤੀ ਕਿਸਾਨਾਂ ਦਾ ਸੰਘਰਸ਼ ਹੈ। ਇਹਨੂੰ ਕੋਈ ਵੀ ਜੇ ਕਿਸੇ ਜਾਤ ਵਿਸ਼ੇਸ਼ ਧਰਮ ਨਾਲ ਜੋੜ ਕੇ ਦੇਖੂਗਾ ਤਾਂ ਟਾਪੜਾ ਖਾਊਗਾ। ਇਹਦੀ ਮਾਰ ਵਿਆਪਕ ਹੈ। ਅਸੀਂ ਜਿਹੜਾ ਇੱਕ ਅਦਾਰਾ ਸੁਰਖਲੀ ਜਿਹੜਾ ਕਿ ਜਿਹਨੇ ਕਿਸਾਨੀ ਸੰਘਰਸ਼ ਦਾ ਐਨਾਲਿਸਿਸ ਕਰਕੇ ਇਹਦੇ ਅੱਡ-ਅੱਡ ਪੱਖਾਂ ਦੇ ਉੱਤੇ ਰੌਸ਼ਨੀ ਪਾਈ ਹੈ। ਜੀ ਕਿਹੜੇ ਤੁਸੀਂ ਬਾਰਡਰ ਤੇ ਜਾ ਚੁੱਕੇ ਹੋ ਤੇ ਇੱਥੇ ਕਿੰਨੇ ਦਿਨ ਤੁਸੀਂ ਹੋਰ ਇਹ ਸੇਵਾ ਨਿਭਾਉਣੀ ਆ ਤੇ ਕਿੰਨੇ ਦਿਨਾਂ ਤੋਂ ਤੁਹਾਡਾ ਇਹ ਜਿਹੜਾ ਕਾਫਲਾ ਚੱਲਿਆ ਹੋਇਆ ਕਿ ਅਸੀਂ ਜਿਹੜਾ ਕਿੰਨੇ ਦਿਨਾਂ ਤੋਂ ਲੱਗੇ ਹੋਏ ਆ। ਤਾਂ ਸਾਥੀਓ ਗੱਲ ਇਹ ਅਸੀਂ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਪੰਜਾਬ ਤੋਂ ਅਸੀਂ ਉਸੇ ਦਿਨ ਦੇ ਆ ਸੇਵਾ ਨਿਭਾ ਰਹੇ ਹਾਂ ਕਿ ਜਿਹੜਾ ਸੰਘਰਸ਼ ਹੈ ਇਹਦੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਸਾਰਿਆਂ ਦੀ ਸਹਿਮਤੀ ਹੈ। ਵੱਖ-ਵੱਖ ਤਰ੍ਹਾਂ ਦੇ ਵਿਚਾਰਾਂ ਦੇ ਲੋਕ ਇਹ ਸੰਘਰਸ਼ ਲੜ ਰਹੇ ਹੈ। ਅਸੀਂ ਕਹਿੰਦੇ ਆ ਕਿ ਜਿਹੜਾ C2+50% ਵਾਲਾ ਫਾਰਮੂਲਾ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਇੱਕ ਸਿਫਾਰਿਸ਼ ਹੈ ਉਹ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਇਮਰਾਨ ਖਾਨ। ਕਿਸਾਨੀ ਅੰਦੋਲਨਾਂ ਦੇ ਸਿਖਰਾਂ ਤੇ ਪਹੁੰਚ ਚੁੱਕਿਆ। 1.5 ਮਹੀਨੇ ਤੋਂ ਵੱਧ ਹੋ ਚੱਲਿਆ ਇੱਥੇ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ, ਵੱਖ-ਵੱਖ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ। ਪਰ ਕੇਂਦਰ ਸਰਕਾਰ ਦਾ ਉਹੀ ਰਵੱਈਆ ਦੇਖਣ ਨੂੰ ਮਿਲ ਰਿਹਾ। ਹਾਲੇ ਤੱਕ ਕੇਂਦਰ ਸਰਕਾਰ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ। ਗੱਲ ਕੀਤੀ ਜਾਵੇ ਇਸ ਦੇ ਵਿੱਚ ਸਮਰਥਨ ਹਰ ਇੱਕ ਨੌਜਵਾਨ ਹੋਣ, ਬਜ਼ੁਰਗ ਹੋਣ, ਕਿਸੇ ਜਾਤ ਧਰਮ ਦੇ ਹੋਣ, ਸਭ ਦੇ ਵੱਲੋਂ ਜਿਹੜਾ ਵੱਧ ਚੜ ਕੇ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਤਾਂ ਜੋ ਇਸ ਅੰਦੋਲਨ ਨੂੰ ਹੋਰ ਵੱਡਾ ਕੀਤਾ ਜਾਵੇ। ਜਿਵੇਂ ਅੰਦੋਲਨ ਦੇ ਦਿਨ ਵੱਧ ਰਹੇ ਨੇ ਉਵੇਂ ਇਸ ਅੰਦੋਲਨ ਦਾ ਦਾਇਰਾ ਵੀ ਵੱਧ ਰਿਹਾ। ਗੱਲ ਲੰਗਰਾਂ ਦੀ ਕੀਤੀ ਜਾਵੇ ਜਾਂ ਫਿਰ ਸਹੂਲਤਾਂ ਦੀ ਕੀਤੀ ਜਾਵੇ, ਭਾਵੇਂ ਕਿ ਸਿਹਤ ਸਹੂਲਤਾਂ ਹੋਣ, ਭਾਵੇਂ ਕਿ ਕਿਤਾਬਾਂ ਦੀ ਗੱਲ ਕੀਤੀ ਜਾਵੇ, ਲਾਇਬ੍ਰੇਰੀਆਂ ਵੀ ਖੋਲੀਆਂ ਗਈਆਂ ਨੇ। ਤੁਹਾਨੂੰ ਇੱਕ ਤਸਵੀਰ ਦਿਖਾਉਂਦੇ ਹਾਂ। ਇੱਥੇ ਇੱਕ ਬੱਸ ਖੜੀ ਹੈ ਜਿਸ ਦੇ ਉੱਤੇ ਲਿਖਿਆ ਗਿਆ ਚਲਦੀ ਫਿਰਦੀ ਲਾਇਬ੍ਰੇਰੀ। ਇੱਕ ਇਨਕਲਾਬੀ ਅਦਾਰਾ ਹੈ, ਉਸ ਅਦਾਰੇ ਦੇ ਵੱਲੋਂ ਇੱਕ ਮੈਗਜ਼ੀਨ ਛਾਪੀ ਗਈ ਹੈ ਜਿਸ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿਸ਼ੇਸ਼ ਸਪਲੀਮੈਂਟ ਜਿਹੜੇ ਲਿਖੇ ਗਏ ਨੇ। ਗੱਲਬਾਤ ਕਰਨ ਦੇ ਲਈ ਨੌਜਵਾਨ ਮੌਜੂਦ ਨੇ। ਬਾਈ ਜੀ, ਕਿਹੜੀ ਸੰਸਥਾ ਤੁਹਾਡੀ, ਕੀ ਨਾਮ ਆ ਤੇ ਕਦੋਂ ਇੱਥੇ ਆਏ ਹੋ? ਅਸੀਂ ਵੱਖ-ਵੱਖ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਨੌਜਵਾਨ ਅਤੇ ਵਿਦਿਆਰਥੀ ਹਾਂ ਜੀ। ਅਸੀਂ ਜਿਹੜਾ ਇੱਕ ਅਦਾਰਾ ਸੁਰਖਲੀ ਜਿਹੜਾ ਕਿ ਜਿਹਨੇ ਕਿਸਾਨੀ ਸੰਘਰਸ਼ ਦਾ ਐਨਾਲਿਸਿਸ ਕਰਕੇ ਇਹਦੇ ਅੱਡ-ਅੱਡ ਪੱਖਾਂ ਦੇ ਉੱਤੇ ਰੌਸ਼ਨੀ ਪਾਈ ਹੈ। ਇਹ 'ਚ ਆਰਟੀਕਲ ਲੱਗੇ ਹੈ ਜਿਹਦੇ 'ਚ ਇਸ ਸੰਘਰਸ਼ ਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ, ਇਹਦੀਆਂ ਮੰਗਾਂ ਕੀ ਹੋਣ। ਇਹ ਜਿਵੇਂ ਇੱਥੇ ਕੁਛ ਲੋਕ ਉਹ ਹੈ ਜਿਹੜੇ ਸਾਂਝਾ ਸੰਘਰਸ਼ ਕਰ ਰਹੇ ਹੈ, ਕੁਛ ਲੋਕ ਉਹ ਹੈ ਜਿਹੜੇ ਇਸ ਸੰਘਰਸ਼ ਨਾਲ ਤਾਲਮੇਲ ਕਰਕੇ ਆਪਦੀਆਂ ਸਟੇਜਾਂ ਲੱਗੇ ਹੋਏ। ਜਿਵੇਂ ਇੱਥੇ ਹੀ ਜੇ ਆਪਾਂ ਦੇਖ ਲਈਏ, ਇੱਕ ਸਟੇਜ ਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਹੈ, ਇੱਕ ਹੈ ਜਿਹੜਾ ਸਿੰਘੂ ਬਾਰਡਰ ਤੇ 32 ਜਥੇਬੰਦੀਆਂ ਦੀ ਜਾਂ ਹੋਰ ਜਿਹੜਾ ਭਾਰਤ ਪੱਧਰ ਤੇ ਜਿਹੜਾ ਇੱਕ ਕੋਆਰਡੀਨੇਸ਼ਨ ਹੈ ਉਹਦੀ ਸਟੇਜ ਹੈ, ਇੱਕ ਸਟੇਜ ਹੈਗੇ ਟਿਕਰੀ ਬਾਰਡਰ ਦੇ ਉੱਤੇ ਹੈ। ਇਹਨਾਂ 'ਚ ਤਾਲਮੇਲਵਾ ਸੰਘਰਸ਼ ਵੀ ਹੈ ਇੱਕ। ਉਹ ਤਾਲਮੇਲਵਾ ਸੰਘਰਸ਼ ਹੁੰਦਾ ਕੀ ਹੈ? ਇਸੇ ਤਰ੍ਹਾਂ 2006 ਦੇ ਵਿੱਚ ਜਿਹੜੇ ਬਿਹਾਰ ਦੇ ਵਿੱਚ ਆਹੀ ਲਾਜ਼ ਜਿਹੜੇ ਐਗਰੀਕਲਚਰ ਲਾਜ਼ ਜਿਹੜੇ ਹੁਣ ਸਾਡੀ ਭਾਰਤ ਸਰਕਾਰ ਲੈ ਕੇ ਆਈ ਹੈ, ਇਹ ਉੱਥੇ ਲਾਗੂ ਜਦੋਂ ਕੀਤੇ ਹੈ ਉਹਦਾ ਹਸ਼ਰ ਕੀ ਹੋਇਆ? ਜਿਵੇਂ ਡਾਕਟਰ ਸੁਖਪਾਲ ਸਿੰਘ PAU ਵਾਲੇ ਹੈ, ਉਹਨਾਂ ਦਾ ਐਨਾਲਿਸਿਸ ਕਰਿਆ ਹੋਇਆ ਇੱਕ ਲੇਖ ਆਰਟੀਕਲ ਅਸੀਂ ਇਹਦੇ ਵਿੱਚ ਛਾਪਿਆ ਤੇ ਅਸੀਂ ਜਿਹੜਾ ਇਹਨੂੰ ਡਿਸਟਰੀਬਿਊਟ ਕਰਨਾ ਲੋਕਾਂ ਦੇ ਵਿੱਚ ਆ ਕੇ। ਅਸੀਂ ਲੋਕਾਂ ਨੂੰ ਦੱਸਣਾ ਹੈ ਕਿ ਅਸੀਂ ਆ ਸੰਘਰਸ਼ਾਂ ਦੇ ਵਿੱਚ ਭੀੜ ਬਣ ਕੇ ਨਾ ਰਹੀਏ। ਅਸੀਂ ਇੱਕ ਚੇਤਨ ਮਨੁੱਖ ਦੇ ਤੌਰ ਤੇ ਇਹ 'ਚ ਸ਼ਾਮਲ ਹੋਣਾ ਤੇ ਸਾਨੂੰ ਚੇਤਨਾ ਮੈਗਜ਼ੀਨਾਂ ਤੋਂ, ਅਖਬਾਰਾਂ 'ਚੋਂ, ਕਿਤਾਬਾਂ 'ਚੋਂ ਆਉਣੀ ਹੈ। ਇਸ ਕਰਕੇ ਅਸੀਂ ਇੱਕ ਜਿਹੜੀ ਸਾਡੀ ਚੱਲਦੀ ਫਿਰਦੀ ਲਾਇਬ੍ਰੇਰੀ ਹੈ, ਅਸੀਂ ਇਹਦੇ ਰਾਹੀਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਸਾਡੇ ਪਾਠਕਾਂ ਤੱਕ ਮੁਫਤ 'ਚ ਪਹੁੰਚਾਉਣ ਵਾਸਤੇ ਲੈ ਕੇ ਆਏ ਹਾਂ ਤੇ ਅਸੀਂ ਆਹ ਮੈਗਜ਼ੀਨ ਇੱਕ ਲੈ ਕੇ ਆਏ ਹਾਂ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਜਨਤਾ ਦੇ ਜਿਹੜਾ ਹੱਥੋਂ ਹੱਥ ਜਿਹੜਾ ਪਹੁੰਚਾਉਣਾ ਹੈ। ਬਾਈ ਜੀ, ਕਿਹੜੇ ਤੁਸੀਂ ਬਾਰਡਰ ਤੇ ਜਾ ਚੁੱਕੇ ਹੋ ਤੇ ਇੱਥੇ ਕਿੰਨੇ ਦਿਨ ਤੁਸੀਂ ਹੋਰ ਇਹ ਸੇਵਾ ਨਿਭਾਉਣੀ ਆ ਤੇ ਕਿੰਨੇ ਦਿਨਾਂ ਤੋਂ ਤੁਹਾਡਾ ਇਹ ਜਿਹੜਾ ਕਾਫਲਾ ਚੱਲਿਆ ਹੋਇਆ, ਕਿੰਨੇ ਦਿਨਾਂ ਤੋਂ ਤੁਸੀਂ ਕਰ ਰਹੇ ਹੋ ਤੇ ਕਿੰਨੇ ਮੈਂਬਰ ਨੇ ਇਸ ਦੇ ਵਿੱਚ ਸ਼ਾਮਲ? ਜੇ ਅਸੀਂ ਇਹ ਗੱਲ ਕਰੀਏ ਕਿ ਅਸੀਂ ਜਿਹੜਾ ਕਿੰਨੇ ਦਿਨਾਂ ਤੋਂ ਲੱਗੇ ਹੋਏ ਹਾਂ, ਤਾਂ ਸਾਥੀਓ ਗੱਲ ਇਹ ਅਸੀਂ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਪੰਜਾਬ ਤੋਂ ਅਸੀਂ ਉਸੇ ਦਿਨ ਦੇ ਆ ਸੇਵਾ ਨਿਭਾ ਰਹੇ ਹਾਂ ਵੱਖ-ਵੱਖ ਰੂਪਾਂ 'ਚ। ਜਿਵੇਂ ਅਸੀਂ ਪੰਜਾਬ ਦੇ ਵਿੱਚ ਜਦੋਂ ਕਾਰਪੋਰੇਟਾਂ ਦੇ ਕਾਰੋਬਾਰਾਂ ਦੇ ਘਰੋਂ ਕੱਤੇ ਗਏ ਤਾਂ ਅਸੀਂ ਇੱਕ ਨੌਜਵਾਨ ਮੈਗਜ਼ੀਨ ਕੱਢਿਆ ਸੀਗਾ। ਉਹ ਨੌਜਵਾਨ ਮੈਗਜ਼ੀਨ ਦੇ ਰਾਹੀਂ ਅਸੀਂ ਇਹ ਦਿਖਾਇਆ ਸੀ ਕਿ ਆ ਜਿਹੜਾ ਭਾਜਪਾ ਸਰਕਾਰ ਹੈ ਇਹਦੇ 6 ਸਾਲਾਂ ਦੇ ਵਿੱਚ ਅੰਬਾਨੀਆਂ ਅਡਾਨੀਆਂ ਦੇ ਜਿਹੜੇ ਕਾਰੋਬਾਰ ਹੈ ਕਿਵੇਂ ਜਿਹੜਾ ਉਹਨਾਂ 'ਚ ਵਾਧਾ ਹੋਇਆ, ਉਹ ਕਿਵੇਂ ਜਿਹੜਾ ਜਾਨੀ ਲੋਕਾਂ ਦੀ ਲੁੱਟ 'ਚ ਜਿਹੜਾ ਅੱਗੇ ਵਧੇ ਹੈ, ਹੋਰ ਅੱਗੇ ਕਦਮ ਵਧਾਏ ਉਹਨਾਂ ਨੇ ਤੇ ਇਹਨਾਂ ਨੇ ਕਿਵੇਂ ਉਹਨਾਂ ਨੂੰ ਜਿਹੜਾ ਰਾਹਤ ਪੈਕੇਜਾਂ ਦੇ ਨਾਮ ਦੇ ਉੱਤੇ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਗੱਫੇ ਦਿੱਤੇ ਆ ਉਹਨਾਂ ਨੇ। ਅਸਲ 'ਚ ਰਾਹਤ ਪੈਕੇਜ ਲੋਕਾਂ ਲਈ ਨਹੀਂ, ਜੋਕਾਂ ਲਈ ਕਿਵੇਂ ਸੀਗੇ, ਉਦੋਂ ਤੋਂ ਹੀ ਅਸੀਂ ਇਹ ਸ਼ੁਰੂਆਤ ਕਰਤੀ ਸੀ। ਉਸ ਤੋਂ ਬਾਅਦ ਵੱਖ-ਵੱਖ ਰੂਪਾਂ ਦੇ ਵਿੱਚ ਅਸੀਂ ਲੀਫਲੈਟ ਵੀ ਕੱਢਿਆ, ਉਹ ਜਨਤਾ ਦੇ ਵਿੱਚ ਲੈ ਕੇ ਗਏ। ਹੁਣ ਆ ਜਿਹੜਾ ਸੁਰਖਲੀ ਅਦਾਰਾ ਹੈ, ਇੱਕ ਇਨਕਲਾਬੀ ਅਦਾਰਾ ਜਿਹਨੇ ਆ ਮੈਗਜ਼ੀਨ ਛਾਪਿਆ, ਅਸੀਂ ਇਹਨੂੰ ਪੜ੍ਹਿਆ, ਬਾਚ ਕਰਿਆ ਤੇ ਆਪਸੀ ਚਰਚਾ ਕਰੀ ਅਸੀਂ ਆਪਸ ਦੇ ਵਿੱਚ ਬਹਿ ਕੇ ਦੋਸਤਾਂ ਮਿੱਤਰਾਂ ਨਾਲ ਤੇ
ਸਾਨੂੰ ਵਧੀਆ ਲੱਗਿਆ। ਸਾਨੂੰ ਲੱਗਿਆ ਵੀ ਇਸ ਅਦਾਰੇ ਨੇ ਕੁੱਲ ਇਸ ਸੰਘਰਸ਼ ਦੇ ਕੁੱਲ ਪੱਖਾਂ ਨੂੰ ਵਿੱਚ ਸਮੋਇਆ ਹੈ, ਇਸ ਮੈਗਜ਼ੀਨ 'ਚ ਸਮੋਇਆ ਹੋਇਆ ਹੈ। ਇਸ ਕਰਕੇ ਅਸੀਂ ਇਹ ਜਿਹੜਾ ਸਾਡਾ ਮਨ ਕਰਿਆ ਕਿ ਅਸੀਂ ਲੋਕਾਂ 'ਚ ਇਹ ਪਹੁੰਚਾਈਏ, ਤਾਂ ਅਸੀਂ ਇਹ ਲਾਉਣ ਆਏ ਹਾਂ। ਅਸੀਂ ਇਹ ਜਿਹੜਾ ਪਿਛਲੇ 2 ਦਿਨਾਂ ਤੋਂ ਟਿੱਕਰੀ ਬਾਰਡਰ ਤੇ ਸੀਗੇ, ਉੱਥੇ ਸਾਡੀ ਪਰਮਾਨੈਂਟ ਇੱਕ ਸਟਾਲ ਵੀ ਚੱਲ ਰਹੀ ਹੈ ਇਹਦੀ, ਤੇ ਇੱਥੇ ਵੀ ਅਸੀਂ ਇੱਕ ਪਰਮਾਨੈਂਟ ਸਟਾਲ ਵੀ ਚਲਾਉਣੀ ਹੈ ਤੇ ਅਸੀਂ ਇੱਥੇ ਰਾਤ ਲਾਉਣੀ ਹੈ। ਤੇ ਅਸੀਂ ਇਸੇ ਤਰ੍ਹਾਂ ਜਿਹੜਾ ਘੁੰਮ ਫਿਰ ਕੇ ਜਿਹੜਾ ਕਿਤੇ ਰਾਤ ਕਿਤੇ ਦਿਨ ਹੈ ਜਿਹੜਾ ਇਨਕਲਾਬੀ ਜਿਹੜਾ ਸਾਹਿਤ ਹੈ, ਲਿਟਰੇਚਰ ਹੈ, ਉਹ ਅਸੀਂ ਜਨਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਯਾਨੀ ਕਿ ਜਾਗਰੂਕ ਕੀਤਾ ਜਾ ਰਿਹਾ। ਜਿਹੜੇ ਹਾਲੇ ਵੀ ਜਿਹੜੇ ਕੁਝ ਕਿਸਾਨ ਨੇ ਜਾਂ ਕਹਿ ਲਈਏ ਜਾਂ ਨੌਜਵਾਨਾਂ ਦੀ ਗੱਲ ਵੀ ਕਰੀਏ, ਬਜ਼ੁਰਗਾਂ ਦੀ ਗੱਲ ਵੀ ਕਰੀਏ, ਉਹ ਜਾਗਰੂਕ ਨਹੀਂ ਹੈ। ਜਿਵੇਂ ਤੁਸੀਂ ਸਟੇਜਾਂ ਦੀ ਗੱਲ ਕਰੀ ਹੈ, ਪਰ ਉਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਆ, ਉਹ ਕਹਿੰਦੇ ਨੇ ਕਿ ਭਾਵੇਂ ਸਾਡੀਆਂ ਸਟੇਜਾਂ ਅਲੱਗ-ਅਲੱਗ ਨੇ, ਕਿ ਰਾਹ ਵੱਖੋ ਵੱਖਰੇ ਨੇ। ਜਿਵੇਂ ਕਿ ਦਿੱਲੀ ਜਾਣਾ ਕਿਸੇ ਨੇ, ਚਾਂਦਨੀ ਚੌਂਕ ਜਾਣਾ, ਰਾਹ ਵੱਖਰੇ ਵੱਖਰੇ ਨੇ, ਜਾਣਾ ਸਭ ਨੇ ਇੱਕ ਜਗ੍ਹਾ, ਪਰ ਉਹ ਕਹਿੰਦੇ ਨੇ ਮੁੱਦਾ ਸਾਡਾ ਇੱਕ ਆ। ਬਿਲਕੁਲ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਿਹੜਾ ਸੰਘਰਸ਼ ਹੈ, ਇਹਦੀਆਂ ਜਿਹੜੀਆਂ ਮੰਗਾਂ ਹੈ, ਉਹਨਾਂ ਤੇ ਸਾਰਿਆਂ ਦੀ ਸਹਿਮਤੀ ਹੈ। ਵੱਖ-ਵੱਖ ਤਰ੍ਹਾਂ ਦੇ ਵਿਚਾਰਾਂ ਦੇ ਲੋਕ ਇਹ ਸੰਘਰਸ਼ ਲੜ ਰਹੇ ਹੈ ਤੇ ਸਭਨਾਂ ਦੀ ਉਹ ਤੇ ਸਹਿਮਤੀ ਹੈਗੀ ਹੈ ਤੇ ਬਹੁਤ ਚੰਗੀ ਗੱਲ ਹੈ। ਇਹ ਘੋਲ ਦੀਆਂ ਤਕੜਾਈਆਂ 'ਚ ਸ਼ਾਮਲ ਹੈ ਇਹ ਗੱਲ, ਕਿਉਂਕਿ ਵੈਸੇ ਵੀ ਜੇ ਆਪਾਂ ਦੇਖ ਲਈਏ ਇਸ ਘੋਲ ਨੂੰ, ਜਿਹਦੇ ਵਿੱਚ ਲੱਖਾਂ ਲੋਕ ਸ਼ਾਮਲ ਹੈ, ਵੱਖ-ਵੱਖ ਸੂਬਿਆਂ ਦੇ ਲੋਕ ਸ਼ਾਮਲ ਹੈ, ਵੱਖ-ਵੱਖ ਰੰਗਾਂ ਧਰਮਾਂ ਜਾਤਾਂ ਦੇ ਲੋਕ ਸ਼ਾਮਲ ਹੈ, ਵੱਖ-ਵੱਖ ਵਿਚਾਰਾਂ ਦੇ ਲੋਕ ਸ਼ਾਮਲ ਹੈ, ਇੱਕ ਸਟੇਜ ਦੇ ਰਾਹੀਂ ਜਿਹੜਾ ਰੀਪ੍ਰੈਜ਼ੈਂਟ ਨਹੀਂ ਕੀਤਾ ਜਾ ਸਕਦਾ। ਇੱਕ ਸਟੇਜ ਕੁੱਲ ਲੋਕਾਂ ਦੀ ਯਾਨੀ ਉਹਨਾਂ ਦੀ ਪੋਲਿਟਿਕਸ ਦਾ, ਉਹਨਾਂ ਦੀ ਆਪਦੀ ਹੈ ਜਿਹੜਾ ਇੱਛਾਵਾਂ ਦਾ ਇਜ਼ਹਾਰ ਨਹੀਂ ਕਰ ਸਕਦੀ। ਕਈ ਸਟੇਜਾਂ ਲੱਗਣੀਆਂ ਵੈਸੇ ਇੱਕ ਸੁਭਾਵਿਕ ਗੱਲ ਹੈ, ਪਰ ਫਿਰ ਵੀ ਇਹਦੇ ਬਾਵਜੂਦ ਇਸ ਘੋਲ ਦੀਆਂ ਮੰਗਾਂ ਦੇ ਪ੍ਰਤੀ ਸਾਨੂੰ ਲੱਗਦਾ ਹੈ ਕਿ ਜਿਹੜਾ 3 ਕਾਨੂੰਨਾਂ ਦੇ ਰੱਦ ਦੀ ਜਿਹੜਾ ਮੰਗ ਹੈ, ਉਹ ਇੱਕ ਨੁਕਾਤੀ ਪ੍ਰੋਗਰਾਮ ਬਣ ਕੇ ਜਾਣੀ ਸੀਨ ਤੇ ਆਈ ਹੋਈ ਹੈ। ਅਸੀਂ ਕਹਿੰਦੇ ਆ ਵੀ ਜੇ ਤਾਂ 3 ਕਾਨੂੰਨ ਰੱਦ ਵੀ ਹੁੰਦੇ ਆ ਤਾਂ ਖੇਤੀ ਸੰਕਟ ਦਾ ਹੱਲ ਪੰਜਾਬ ਦੇ ਦਾ ਨਹੀਂ ਹੁੰਦਾ। ਫਿਰ ਜਿਹੜੀਆਂ ਗੱਲਾਂ ਖੇਤੀ ਸੰਕਟ ਦੇ ਹੱਲ ਵੱਲ ਨੂੰ ਜਾਂਦੀਆਂ, ਉਹਨਾਂ ਗੱਲਾਂ ਤੇ ਚਾਨਣਾ ਕੌਣ ਪਾਊਗਾ? ਅਸੀਂ ਕਹਿੰਦੇ ਆ ਕਿ ਜਿਹੜਾ C2+50% ਵਾਲਾ ਫਾਰਮੂਲਾ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਇੱਕ ਸਿਫਾਰਿਸ਼ ਹੈ, ਉਹ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ। ਇਸੇ ਤਰ੍ਹਾਂ ਜਿਹੜਾ ਲਾਗਤ ਵਸਤਾਂ ਦੇ ਖੇਤਰ ਦੇ ਵਿੱਚ ਹੈ, ਜਿਹੜਾ ਕਾਰਪੋਰੇਟ ਘਰਾਣਾ ਸਾਮਰਾਜੀ ਕੰਪਨੀਆਂ, ਵਾਇਰ, ਮਨਸੈਂਟੋ, ਕਾਰਗਿਲ ਵਰਗਿਆਂ ਦੀ ਸਰਦਾਰੀ ਹੈ, ਉਹਨੂੰ ਖਤਮ ਕਰਕੇ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਸਸਤੇ ਰੇਟਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਜਾਣ। ਆਹ ਰਾਹ ਹੈ ਜਿਹੜਾ ਖੇਤੀ ਸੰਕਟ ਦੇ ਹੱਲ ਨੂੰ ਜਾਂਦਾ। ਇਸ ਕਰਕੇ ਅਸੀਂ ਇਹਨਾਂ ਚੀਜ਼ਾਂ, ਕਿਉਂਕਿ ਮੰਗਾਂ ਦੇ ਮਸਲੇ 'ਚ ਇਹ ਘੋਲ ਜੇ ਕਹਿ ਦਈਏ ਤਕੜਾ ਨਹੀਂ, ਮੰਗਾਂ ਦੇ ਮਸਲੇ 'ਚ ਬਹੁਤ ਸਾਰੀਆਂ ਕਮਜ਼ੋਰੀਆਂ ਹੈਗੀਆਂ, ਜਿਨ੍ਹਾਂ ਨੂੰ ਸਰ ਕਰਨ ਲਈ ਕੁਝ ਲੋਕਾਂ ਨੂੰ ਜਾਗਣਾ ਪੈਣਾ, ਲੋਕਾਂ 'ਚ ਜਾਣਾ ਪੈਣਾ, ਉਹਨਾਂ ਨੂੰ ਜਾਣੀ ਬੋਲ ਕੇ ਵੀ ਦੱਸਣਾ ਪੈਣਾ, ਸਟੇਜਾਂ ਤੋਂ ਵੀ ਦੱਸਣਾ ਪੈਣਾ, ਉੱਥੇ ਲਿਟਰੇਚਰ ਦੇ ਰਾਹੀਂ ਵੀ ਇਹ ਕੰਮ ਕਰਨਾ ਪੈਣਾ। ਸੋ ਅਸੀਂ ਇਹ ਕਰ ਰਹੇ ਹਾਂ। ਇੱਕ ਜਿਵੇਂ ਚਲੋ ਇਹ ਖੇਤੀ ਕਾਨੂੰਨ ਲਿਆਂਦੇ ਗਏ ਨੇ, ਉਸ ਦੇ ਨਾਲ ਜਿਹੜੇ ਕਿਸਾਨ ਅੱਜ ਸੜਕਾਂ ਤੇ ਬੈਠੇ ਨੇ, ਪਰ ਇੱਕ ਚੀਜ਼ ਜ਼ਰੂਰ ਵਧੀਆ ਕਹਿ ਸਕਦੇ ਹਾਂ ਅਸੀਂ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਬੈਠ ਗਏ, ਸਾਰੀ ਵਰਗਾਂ ਦੇ ਲੋਕ ਬੈਠ ਗਏ। ਉਮਰ ਦਾ ਕੋਈ ਇੱਥੇ ਦੇਖ ਸਕਦੇ ਹੋ, ਕੋਈ ਬੱਚੇ ਤੋਂ ਲੈ ਕੇ 90-90 100-100 ਸਾਲ ਤੱਕ ਦੀ ਉਮਰ ਦੇ ਬੈਠੇ ਨੇ, ਧਰਮਾਂ ਦੀ, ਸਾਰੇ ਮੁਸਲਿਮ, ਹਿੰਦੂ, ਸਿੱਖ, ਈਸਾਈ, ਸਾਰੇ ਧਰਮਾਂ ਦੇ। ਇਹ ਚੀਜ਼ ਤਾਂ ਆਪਾਂ ਕਹਿ ਸਕਦੇ ਹਾਂ ਅੱਜ 73 ਸਾਲ ਦੇ ਵਿੱਚ ਜੋ ਨਹੀਂ ਹੋਇਆ ਉਹ ਹੋ ਗਿਆ। ਬਿਲਕੁਲ ਜੀ, ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜਾ ਸੰਘਰਸ਼ ਹੈ ਇਹ ਸਭਨਾ ਧਰਮਾਂ, ਜਾਤਾਂ, ਗੋਤਾਂ ਤੇ ਸੂਬਿਆਂ ਦੀਆਂ ਹੱਦਬੰਦੀਆਂ ਨੂੰ ਤੋੜ ਕੇ ਇਹ ਉਸਰਿਆ ਹੋਇਆ ਇੱਕ ਕਿਰਤੀ ਕਿਸਾਨਾਂ ਦਾ ਸੰਘਰਸ਼ ਹੈ। ਇਹਨੂੰ ਕੋਈ ਵੀ ਜੇ ਕਿਸੇ ਜਾਤ ਵਿਸ਼ੇਸ਼ ਧਰਮ ਨਾਲ ਜੋੜ ਕੇ ਦੇਖੂਗਾ ਤਾਂ ਟਾਪੜਾ ਖਾਊਗਾ। ਇਹਦੀ ਮਾਰ ਵਿਆਪਕ ਹੈ। ਆਪਾਂ ਦੇਖ ਰਹੇ ਹਾਂ ਕਿ ਕਦੇ ਕੋਈ ਸੋਚ ਸਕਦਾ ਸੀ ਕਿ ਜਿਹੜਾ ਹਰਿਆਣੇ ਤੇ ਪੰਜਾਬ ਦੇ ਵਿੱਚ ਇੱਕ ਵੱਡੀ ਦਰਾਰ ਇਸ ਹਾਕਮ ਜਮਾਤੀ ਜਿਹੜੀ ਪੋਲਿਟਿਕਸ ਉਹਨੇ ਖੜੀ ਕਰੀ ਸੀ ਕਿ ਉਹ ਮਿਟ ਸਕਦੀ ਹੈ? ਹਰਿਆਣੇ ਤੇ ਪੰਜਾਬੀ ਸਾਡੇ ਜੱਫੀਆਂ ਪਾ ਕੇ ਇੱਕ ਸਟੇਜ ਤੇ ਇਕੱਠੇ ਹੋਣਗੇ, ਇਹ ਬਹੁਤ ਕਮਾਲ ਦੀਆਂ ਗੱਲਾਂ ਹੈ। ਬਿਲਕੁਲ, ਇਹ 'ਚ ਕੋਈ ਦੋ ਰਾਏ ਨਹੀਂ ਹੈ ਜੀ। ਹੁਣ ਜਿਹੜੀ ਜੰਗ ਹੈ ਇਹ ਜਿੱਤ ਕੇ ਜਾਣੀ ਆ। ਬਿਲਕੁਲ ਜੀ, ਇਹ ਜੰਗ ਜਿੱਤ ਕੇ ਜਾਣੀ ਹੈ। ਜਿੱਤ ਸਾਡੀ ਹੋ ਚੁੱਕੀ ਹੈ, ਨੈਤਿਕ ਤੌਰ ਤੇ ਸਾਡੀ ਜਿੱਤ ਹੋ ਚੁੱਕੀ ਹੈ। ਉਹਦਾ ਐਲਾਨ ਹੋਣਾ ਬਾਕੀ ਹੈ ਤੇ ਉਹ ਐਲਾਨ ਸਾਨੂੰ ਭਰੋਸਾ ਹੈ ਕਿ ਆ ਜਨਤਾ ਦੇ ਜਿਹੜੇ ਜਜ਼ਬੇ ਤੇ ਇਰਾਦੇ ਹੈ, ਜਿਹੜਾ ਖੜਨ ਦਾ ਮਾਦਾ ਜਨਤਾ ਦਿਖਾ ਰਹੀ ਹੈ, ਤੁਸੀਂ ਜਾ ਹੀ ਰਹੇ ਹੋ ਲੋਕਾਂ 'ਚ, ਉਹ ਦੱਸਦਾ ਵੀ ਜਿੱਤ ਯਕੀਨੀ ਹੈ। ਸੋ ਬਿਲਕੁਲ ਹਰ ਕੋਈ ਇਹੀ ਕਹਿ ਰਿਹਾ ਕਿ ਜਿਹੜੀ ਜਿੱਤ ਜਿਹੜੀ ਆ ਯਕੀਨੀ ਆ, ਜਿੱਤ ਹੋ ਚੁੱਕੀ ਹੈ, ਬਸ ਐਲਾਨ ਬਾਕੀ ਹੈ। ਹਰ ਕਿਸੇ ਦੀ ਜ਼ੁਬਾਨ ਤੇ ਇਹੀ ਗੱਲਾਂ ਨੇ ਕਿ ਅਸੀਂ ਹੁਣ ਦਿੱਲੀ ਦਾ ਕਿਲਾ ਫਤਿਹ ਕਰਕੇ ਹੀ ਜਾਵਾਂਗੇ। ਜਿਵੇਂ ਬਾਬਾ ਬਘੇਲ ਸਿੰਘ ਹੋਰਾਂ ਨੇ ਦਿੱਲੀ ਦਾ ਕਿਲਾ ਫਤਿਹ ਕੀਤਾ ਸੀ, ਉਵੇਂ ਹੀ ਹੁਣ ਬਾਰੀ ਆ ਦਿੱਲੀ ਦੀ। ਦਿੱਲੀ ਜਿੱਤ ਕੇ ਜਾਵਾਂਗੇ, ਉਦੋਂ ਤੱਕ ਨਹੀਂ ਮੁੜਾਂਗੇ ਜਦੋਂ ਤੱਕ ਦਿੱਲੀ ਨਹੀਂ ਜਿੱਤਦੇ। ਲਗਾਤਾਰ ਬਣੇ ਰਹੋ, ਪਲ ਪਲ ਦੀ ਸਹੀ ਸਪਸ਼ਟ ਤੇ ਸਟਿਕ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ। D5 ਚੈਨਲ ਪੰਜਾਬੀ ਦੇ ਨਾਲ ਜੁੜੇ ਰਹੋ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।